ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜਿਹੜਾ ਅਗਨ ਬਰਾਬਰ ਤਪੈ, ਇਤਰ ਬਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੇ ਦਿਨ ਰਾਤੀ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਬਾਣੀ ਕੇ ਬੋਹਿਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਪਾਕ ਹਜ਼ੂਰੀ ਵਿੱਚ ਜੁੜ ਬੈਠੇ ਸਤਸੰਗੀ ਜਨੋਂ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਭਗਤਾਂ ਦੀ ਬਾਣੀ ਦੀ ਲੜੀਵਾਰ ਵਿਚਾਰ ਪਿਛਲੇ ਦਿਨਾਂ ਤੋਂ ਆਰੰਭ ਕੀਤੀ ਹੈ। ਵਿਚਾਰ ਅਧੀਨ ਅੱਜ ਦਾ ਪਾਵਨ ਸ਼ਬਦ ਗੋੜੀ ਕਬੀਰ ਜੀ। ਉਪਜੈ ਨਿਪਜੈ ਨਿਪਜ ਸਮਾਈ, ਨੈਣੋ ਦੇਖਤ ਇਹ ਜਗ ਜਾਈ। ਆਓ ਇਸ ਪਾਵਨ ਸ਼ਬਦ ਦਾ ਪਾਠ ਗੋੜੀ ਰਾਗ ਦਾ ਕਬੀਰ ਸਾਹਿਬ ਜੀ ਦਾ 11ਵਾਂ ਸ਼ਬਦ ਹੈ। ਇਸ ਦੀ ਪਾਵਨ ਵਿਚਾਰ ਨਾਲ ਜੁੜਦੇ ਹਾਂ। ਮਨੋਬਿਰਤੀਆਂ ਇਕਾਗਰ ਕਰੋ, ਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋੜੀ ਕਬੀਰ ਜੀ, ਕਬੀਰ ਜੀ। ਉਪਜੈ ਨਿਪਜੈ ਨਿਪਜ ਸਮਾਈ, ਨਿਪਜੈ ਨਿਪਜ ਸਮਾਈ। ਨੈਣੋ ਦੇਖਤ ਇਹ ਜਗ ਜਾਈ, ਦੇਖਤ ਇਹ ਜਗ ਜਾਈ। ਲਾਜ ਨਾ ਮਰੋ ਕਹੋ ਕਰ ਮੇਰਾ, ਲਾਜ ਨਾ ਮਰੋ ਕਹੋ ਕਰ ਮੇਰਾ। ਅੰਤ ਕੀ ਬਾਰ ਨਹੀਂ ਕਛ ਤੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ। ਰਹਾਉ ਅਨੇਕ ਜਤਨ ਕਰ ਕਾਇਆ ਪਾਲੀ, ਅਨੇਕ ਜਤਨ ਕਰ ਕਾਇਆ ਪਾਲੀ। ਮਰਤੀ ਬਾਰ ਅਗਨ ਸੰਗ ਜਾਲੀ, ਮਰਤੀ ਬਾਰ ਅਗਨ ਸੰਗ ਜਾਲੀ। ਚੋਆ ਚੰਦਨ ਮਰਦਨ ਅੰਗਾ, ਚੋਆ ਚੰਦਨ ਮਰਦਨ ਅੰਗਾ। ਸੋ ਤਨ ਜਲੈ ਕਾਠ ਕੈ ਸੰਗਾ, ਕਾਠ ਕੈ ਸੰਗਾ। ਕਹੋ ਕਬੀਰ ਸੁਨੋ ਰੇ ਗੁਨੀਆ, ਕਹੋ ਕਬੀਰ ਸੁਨੋ ਰੇ ਗੁਨੀਆ। ਵਿਨਸੈ ਕੋ ਰੂਪ ਦੇਖੈ ਸਭ ਦੁਨੀਆ, ਵਿਨਸੈ ਕੋ ਰੂਪ
ਦੇਖੈ ਸਭ ਦੁਨੀਆ। ਕਹੋ ਕਬੀਰ ਸੁਨੋ ਰੇ ਗੁਨਿਆ। ਕਹੋ ਕਬੀਰ ਸੁਨੋ ਰੇ ਗੁਨਿਆ। ਵਿਨਸੈ ਗੋ ਰੂਪ ਦੇਖੈ ਸਭ ਦੁਨੀਆ। ਵਿਨਸੈ ਗੋ ਰੂਪ ਦੇਖੈ ਸਭ ਦੁਨੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਨੇ ਪਾਵਨ ਸ਼ਬਦ ਦੇ ਰਾਹੀਂ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ, ਕੋਈ ਚੀਜ਼ ਮਨੁੱਖ ਦੇ ਨਾਲ ਨਹੀਂ ਜਾ ਸਕਦੀ। ਹੋਰ ਤਾਂ ਹੋਰ ਇਹ ਤਨ, ਇਹ ਸਰੀਰ ਇੱਥੇ ਹੀ ਨਾਸ ਹੋ ਜਾਂਦਾ ਹੈ। ਤਨ ਤੇ ਤਨ ਪਦਾਰਥਾਂ ਨੂੰ ਆਪਣਾ ਆਖਣਾ, ਆਖ ਕੇ ਮੂੰਹ ਵਿੱਚ ਫਸਣਾ, ਇਹ ਵਿਅਰਥ ਹੈ। ਇਸ ਤਰ੍ਹਾਂ ਇੱਕ ਵਿਚਾਰ ਕਬੀਰ ਸਾਹਿਬ ਪਾਵਨ ਸ਼ਬਦ ਦੇ ਵਿੱਚ ਸਾਡੇ ਸਮਕਸ਼ ਰੱਖ ਰਹੇ ਹਨ। ਆਖ ਰਹੇ ਨੇ, ਲਾਜ ਨ ਮਰੋ ਕਹੋ ਕਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ। ਰਹਾਓ। ਸ਼ਬਦ ਦਾ ਕੇਂਦਰੀ ਭਾਵ ਹੈ ਔਰ ਅੰਦਰ ਜੀਵ ਆਤਮਾ ਨੂੰ ਸੰਬੋਧਨ ਹੈ, ਮਨ ਨੂੰ ਸੰਬੋਧਨ ਹੈ ਕਿ ਹੇ ਮਨ, ਹੇ ਜੀਵ, ਲਾਜ ਨਾ ਮਰੋ। ਸ਼ਰਮ ਨਾਲ ਕਿਉਂ ਨਹੀਂ ਡੁੱਬ ਮਰਦਾ? ਭਾਉ ਤੂੰ ਝੁਕਦਾ ਕਿਉਂ ਨਹੀਂ ਹੈ? ਤੂੰ ਇਹ ਆਖਦਾ ਹੈ ਕਿ ਇਹ ਘਰ ਮੇਰਾ ਹੈ। ਤੈਨੂੰ ਪਤਾ ਹੈ ਅੰਤ ਕੀ ਬਾਰ ਨਹੀਂ ਕੁਛ ਤੇਰਾ। ਚੇਤੇ ਰੱਖ, ਜਿਸ ਵੇਲੇ ਮੌਤ ਆਵੇਗੀ ਤਦੋਂ ਕੋਈ ਵੀ ਚੀਜ਼ ਤੇਰੀ ਨਹੀਂ ਰਹੇਗੀ। ਅੰਤ ਦੇ ਵੇਲੇ ਕੋਈ ਵੀ ਚੀਜ਼, ਇਹ ਤਨ ਨੂੰ ਛੱਡ, ਜਿਨ੍ਹਾਂ ਚੀਜ਼ਾਂ ਦੇ ਵਿੱਚ ਫਸ ਕੇ ਮੇਰੀ ਮੇਰੀ ਕਰ ਰਹੇ ਹਾਂ, ਕੋਈ ਵੀ ਚੀਜ਼ ਤੇਰੀ ਨਹੀਂ ਰਹੇਗੀ। ਜਦੋਂ ਮੌਤ ਆਵੇਗੀ, ਅੰਤ ਵੇਲਾ ਆਵੇਗਾ, ਜਦੋਂ ਸੰਸਾਰ ਦੇ ਵਿੱਚ ਜਾਣ ਦਾ ਵੇਲਾ ਹੋਵੇਗਾ, ਉਸ ਵੇਲੇ ਕੋਈ ਵੀ ਚੀਜ਼ ਤੇਰੀ ਆਪਣੀ ਨਹੀਂ ਹੋਵੇਗੀ। ਪਰ ਮਨੁੱਖ ਪੂਰੀ ਜ਼ਿੰਦਗੀ ਹਰ ਇੱਕ ਚੀਜ਼ ਨੂੰ ਮੇਰੀ ਕਰਕੇ ਸੰਬੋਧਨ ਕਰਦਾ ਹੈ, ਮੇਰੀ ਮੇਰੀ ਕਰਦਾ ਰਹਿੰਦਾ ਹੈ, ਹਉਮੈ ਦੇ ਵਿੱਚ ਫਸਦਾ ਰਹਿੰਦਾ ਹੈ। ਇਹ ਮਨੁੱਖ ਦੀ ਹਾਲਤ ਹੈ। ਕਬੀਰ ਸਾਹਿਬ ਸ਼ਬਦ ਦੇ ਰਾਹੀਂ ਮਨੁੱਖ ਦਾ ਇਹ ਭਰਮ, ਇਹ ਭੁਲੇਖਾ ਦੂਰ ਕਰਨਾ ਚਾਹੁੰਦੇ ਹਨ ਕਿ ਜਿਨ੍ਹਾਂ ਚੀਜ਼ਾਂ ਨੂੰ ਤੂੰ ਜਿਉਂਦਿਆਂ ਜੀ ਆਪਣੀ ਸਮਝ ਰਿਹਾ ਹੈ, ਇਸ ਸਰੀਰ ਦਾ ਅਹੰਕਾਰ ਤੇ ਮਾਣ ਕਰ ਰਿਹਾ ਕਿ ਇਹ ਹਿਰਦੇ ਰੂਪੀ ਘਰ ਮੇਰਾ, ਜਿਸ ਘਰ 'ਚ ਰਹਿੰਦਾ ਉਹਦਾ ਮਾਣ ਕਰ ਰਿਹਾ, ਇਹ ਘਰ ਮੇਰਾ। ਆਪਣੇ ਸਰੀਰ ਦਾ ਵੀ ਮਾਣ, ਜਿਸ ਘਰ ਦੇ ਵਿੱਚ ਬੰਦਾ ਬਸਦਾ ਉਸਦਾ ਵੀ ਮਾਣ ਕਿ ਮੇਰਾ ਘਰ ਹੈ। ਪਰ ਅੰਤ ਵੇਲੇ ਕਹਿਣ ਲੱਗੇ, ਜਦੋਂ ਮੌਤ ਆਵੇਗੀ ਨਾ, ਕੋਈ ਚੀਜ਼ ਤੇਰੀ ਆਪਣੀ ਨਹੀਂ ਹੋਏਗੀ। ਸਗੋਂ ਇਸ ਤਰ੍ਹਾਂ ਵਿਆਖਿਆ ਕਰ ਰਹੇ ਨੇ ਭਗਤ ਕਬੀਰ ਸਾਹਿਬ, ਆਖਣ ਲੱਗੇ, ਉਪਜੈ ਨਿਪਜੈ ਨਿਪਜ ਸਮਾਈ, ਨੈਣੋ ਦੇਖਤ ਇਹ ਜਗ ਜਾਈ। ਇੱਥੇ ਪਾਠ ਦੇ ਵਿੱਚ ਥੋੜ੍ਹਾ ਧਿਆਨ ਦੇਣਾ। ਨੰਨੇ ਨੂੰ ਦੁਲਾਮਾ ਨਾਨਾ ਤੇ ਹਾਹੇ ਨੂੰ ਕਈ ਥਾਵਾਂ 'ਤੇ ਔਂਕੜ ਹੈ ਤੇ ਕਈ ਥਾਵਾਂ 'ਤੇ ਔਂਕੜ ਨਹੀਂ ਹੈ। ਪਰ ਕੁਝ ਥਾਵਾਂ 'ਤੇ ਜੇ ਪੁਰਾਤਨ ਪੋਥੀਆਂ ਵਿੱਚ ਵੇਖੀਏ ਤੇ ਹਾਹੇ ਨੂੰ ਔਂਕੜ ਮਿਲਦੀ ਹੈ, ਪਰ ਨਵੀਨਤਮ ਜੋ ਸਾਡੇ ਕੋਲ ਪੋਥੀਆਂ ਨੇ ਜਾਂ ਜੋ ਸਾਡੇ ਕੋਲ ਮੋਬਾਈਲ ਦੇ ਵਿੱਚ ਸੋਫਟਵੇਅਰ ਨੇ, ਉਹਨਾਂ ਦੇ ਵਿੱਚ ਹਾਹੇ ਨੂੰ ਔਂਕੜ ਨਹੀਂ ਹੈ। ਜੇ ਹਾਹੇ ਨੂੰ ਔਂਕੜ ਹੈ ਫਿਰ ਪਾਠ ਹੈ ਨੈਣੋਹ। ਜੇ ਹਾਹੇ ਨੂੰ ਔਂਕੜ ਨਹੀਂ ਹੈ ਤਾਂ ਪਾਠ ਹੈ ਨੈਣਾਹ। ਧਿਆਨ ਰੱਖਣਾ ਚਾਹੀਦਾ। ਮੈਂ ਦੋਨਾਂ ਦਾ ਹੀ ਉਚਾਰਨ ਦੱਸ ਦਿੱਤਾ ਤਾਂ ਕਿ
क्योंकि कन्फ्यूज होंदा कई बार एक अखर नूं लैके भी इत्थे नैनों लिखिया, दूजी थां बंदा पढ़दा उत्थे नैनाह लिखिया होया, उचारण की करिए। भगत कबीर साहब कहते उपजै, पहला इस जीव का जिहड़ा उपजना है वो पिता की बिंद के रूप दे विच इसदा मुੱਢ बजदा है। ये जिहड़ा जीव उपजदा है पिता के शरीर दे विच बिंद के रूप दे विच उपजै, फिर कहने निपजै, फिर माँ के पेट विच ये वजूद विच आउंदा है। पहला पिता के शरीर दे विच उपजदा है, उत्पत्ति हुंदी है। जिवें कोई बीज हुंदा है उन्ना चिर नहीं जमदा जिन्ना चिर वो धरती की कुख विच जाके ना पै जाए। जदों धरती की कुख विच जाके पैंदा फिर वो बीज जमदा है, उंगरदा है। भगत कबीर साहब कहते उपजै निपजै निपज समाई। पाओ कि किस तरह ये तेरा जीवन का मुੱਢ बजदा है, तेरा जीवन की आरंभता किवें हुंदी है। कहते ने पहला पहल इस जीव का पिता की बिंद तो मुੱਢ बजदा है, फिर माता के पेट विच ये निपजदा है, पाओ वजूद विच आउंदा है, ते फिर निपज समाई वजूद विच आके मुड़ नाश हो जाता है। क्योंकि माता के गर्भ विच वजूद विच आके होंद विच आके मुड़ के फिर नाश होना हुंदा। ये शरीर की साडी क्रिया है। उपजै निपजै निपज समाई, कहन लगे नैनों देखत यह जग जाई। भगत कबीर साहब आख रहे ने कि सो साडी अखां दे सामने ही अखी वेखदियां ही ये संसार इस तरह तुरया जा रहा है। इस तरह संसार की उत्पत्ति हो रही है, वो वजूद विच आउंदा है, होंद विच आउंदा है, फिर एक दिन नाश हो जाता है, फिर उत्पत्ति हो रही है। इस तरह ये संसार इत्थे आके तुरया जा रहा है, पर इत्थे कोई भी थिर नहीं है, ये सब कुछ चलायमान है। जिहड़े लोग इत्थे अस्थिर समझ लैंदे हन, यह समझ लैंदे ने अजे थोड़ी साडी मौत होनी है, अजे थोड़ी असी मरना है, वो एक भुलेखे विच ने। कबीर साहब कहते हैं इस संसार नूं मैं चंगी तरह वेख्या, संसार का हर एक जीव इसे तरह तो तुरया जा रहा है। और अखां नाल वेखदियां वेखदियां कितने लोग तुर गए हैं। नैनो देखत ये जगदाई, नैनो का अर्थ है अखां नाल वेखदियां, अखी वेखदियां कितने लोग तुर गए ने। कितना नूं अखां नाल वेख्या सामने जाते हुए। ये जगत इत्थों जा रहा है, इत्थों तुर रहा है। फिर अगले वचन करते ने कि इस शरीर नूं किस तरीके दे नाल माता के गर्भ दे विच पलन तो बाद संसार दे विच आके किवें पालना की। कहन लगे अनेक जतन कर काया पाली। इस काया नूं पालन वास्ते मनुख अनेकां जतन करता है, अनेकां जतन। जितने भी जतन ने संसार दे विच रोजी रोटी दे, सारे जतन असल विच काया नूं पालन दे जतन ने, बस होर कुछ भी नहीं। सारे जतनों के नाल एक काया जिहड़ी है वो पाली जा रही है। लोग पूरा पूरा दिन दिहाड़ी करते हैं, कोई फैक्ट्रियां काम करता है, कोई दुकान ते बहता है, कोई नौकरी करता है, कोई खेतीबाड़ी करता है। किस करके? काया नूं पालन वास्ते। फिर इस काया दे वास्ते होर कई तरीके दे समय के अनुसार कपड़े पाउंदा है, पालना चंगी होवे, बीमार ना होवे, हैल्थी भोजन खाउंदा है, काया नूं पालदा है। अनेकां जतनां दे नाल इस काया नूं बंदा पालदा है, बेअंत जतन करदा है। पाओ कि मनुख दा पूरा ध्यान इस शरीर नूं पालण ते है। जदों बच्चा हुंदा है
ਉਦੋਂ ਮਾਤਾ ਪਿਤਾ ਦਾ ਪੂਰਾ ਧਿਆਨ ਹੁੰਦਾ ਸਾਡੇ ਬੱਚੇ ਦਾ ਸਰੀਰ ਕਾਇਆ ਜਿਹੜੀ ਉਹ ਕਿਤੇ ਪਲ ਜਾਏ, ਅਸੀਂ ਬੱਚਿਆਂ ਨੂੰ ਪਾਲ ਲਈਏ। ਜਦੋਂ ਇਹ ਆਪ ਖੁਦ ਸਮਝਦਾਰ ਹੋ ਜਾਂਦਾ ਫਿਰ ਆਪਣੀ ਕਾਇਆ ਦਾ ਆਪ ਖੁਦ ਬੜਾ ਖਿਆਲ ਰੱਖਦਾ ਹੈ। ਮੇਰੇ ਸਰੀਰ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਔਰ ਜਦੋਂ ਇਹ ਬਜ਼ੁਰਗ ਹੋ ਜਾਂਦਾ ਹੈ, ਜਿਹਦੇ ਬੱਚੇ ਚੰਗੇ ਨੇ, ਫਿਰ ਉਹ ਆਪਣੇ ਮਾਤਾ ਪਿਤਾ ਦੇ ਸਰੀਰ ਕਾਇਆ ਦਾ ਉਹ ਖਿਆਲ ਰੱਖਦੇ ਹਨ। ਪਰ ਲਾਸਟ ਕੀ ਹੈ? ਕਦੀ ਵਿਚਾਰ ਕਰਕੇ ਵੇਖਣਾ ਇਸ ਨੂੰ ਕਾਇਆ ਨੂੰ ਪਾਲਣ ਵਾਸਤੇ ਕਿਤਨੇ ਖਰਚੇ ਹੋਏ, ਕਿਤਨਾ ਪੈਸਾ ਲੱਗਿਆ। ਬੜੇ ਖਰਚੇ ਹੋਏ। ਕਿਤਨਾ ਖਰਚ ਕਰਕੇ ਅਸੀਂ ਇਸ ਸਰੀਰ ਨੂੰ ਪਾਲਿਆ। ਜ਼ਿੰਦਗੀ ਦੀ ਜਮ੍ਹਾਂ ਪੂੰਜੀ ਜਿਹੜੀ ਹੈ ਨਾ, ਉਹ ਇਹਨਾਂ ਸਰੀਰਾਂ ਨੂੰ ਪਾਲਣ ਤੇ ਹੀ ਲੱਗ ਜਾਂਦੀ ਹੈ ਬੰਦੇ ਦੀ। ਤੇ ਕਬੀਰ ਸਾਹਿਬ ਨੇ ਇੱਕ ਨਿਚੋੜ ਕੱਢ ਕੇ ਸਾਡੇ ਸਾਹਮਣੇ ਰੱਖਿਆ, ਕਹਿਣ ਲੱਗੇ ਅਨਿਕ ਜਤਨ ਕਰ ਕਾਇਆ ਪਾਲੀ, ਮਰਤੀ ਵਾਰ ਅਗਨ ਸੰਗ ਜਾਲੇ। ਜਿਹੜੀ ਕਾਇਆ ਇਤਨਾ ਉਦਮ ਕਰਕੇ ਜਤਨਾ ਕਰਕੇ ਪਾਲੀ ਸੀ ਨਾ, ਜਿਹੜੀ ਕਾਇਆ ਤੇ ਇਤਨੇ ਖਰਚੇ ਕੀਤੇ ਗਏ, ਜ਼ਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਇਸ ਕਾਇਆ ਦੇ ਉੱਤੇ ਲਾ ਦਿੱਤੀ। ਪਰ ਜਦੋਂ ਇਹ ਸਰੀਰ ਮਰ ਜਾਂਦਾ ਹੈ, ਪਾਓ ਜਦੋਂ ਮੌਤ ਆਉਂਦੀ ਹੈ ਤਾਂ ਇਸ ਨੂੰ ਅੱਗ ਨਾਲ ਸਾੜ ਦੇਈਦਾ ਹੈ। ਪਾਓ ਇਹਨੂੰ ਕੋਈ ਰੱਖਦਾ ਨਹੀਂ। ਫਿਰ ਖਿਆਲ ਕਰਿਓ, ਕੋਈ ਚੀਜ਼ ਬੜੀ ਕੀਮਤੀ ਹੋਵੇ, ਬੜਾ ਪੈਸਾ ਲਾਇਆ ਹੋਵੇ, ਘਰ ਬਣਾਇਆ ਹੋਵੇ, ਬੰਦਾ ਕਦੀ ਘਰ ਨੂੰ ਢਾਹਣਾ ਨਹੀਂ ਚਾਹੁੰਦਾ, ਆਪਣੇ ਘਰ ਨੂੰ ਕਦੀ ਅੱਗ ਨਹੀਂ ਲਾਉਣਾ ਚਾਹੁੰਦਾ, ਕਿਉਂਕਿ ਕਹਿੰਦਾ ਮੈਂ ਬਹੁਤ ਯਤਨਾਂ ਨਾਲ ਪੂਰੀ ਜ਼ਿੰਦਗੀ ਲੱਗੀ ਘਰ ਬਣਾਉਂਦਿਆਂ, ਘਰ ਨੂੰ ਕਦੀ ਅੱਗ ਨਹੀਂ ਲਾਉਂਦਾ। ਮੇਰੀਆਂ 4 ਪੁਸਤਾਂ ਘਰ ਨੂੰ ਬਰਤਨ, ਇਹ ਮਨ ਵਿੱਚ ਵਿਚਾਰ ਕਰਦਾ ਹੈ। ਪਰ ਸੱਚ ਇਹ ਹੈ ਕਿ ਕਾਇਆ ਹੈ ਕਿ ਸਰੀਰ ਰੂਪੀ ਘਰ ਹੈ। ਜਦੋਂ ਕਹਿੰਦੇ ਮੌਤ ਆਉਂਦੀ ਹੈ, ਕਹਿੰਦੇ ਇਤਨੇ ਕੀਮਤੀ ਸਰੀਰ, ਇਤਨਾ ਪੈਸਾ ਖਰਚ ਕਰਕੇ ਇਸ ਸਰੀਰ ਨੂੰ ਅਸੀਂ ਪਾਲਿਆ। ਮੈਂ ਕਹਿੰਦਾ ਇਸ ਬਿਲਡਿੰਗ ਨੂੰ ਪੂਰਾ ਕਰਨ ਵਾਸਤੇ ਕਿਤਨਾ ਪੈਸਾ ਲੱਗਿਆ, ਕਿਤਨੇ ਖਰਚੇ ਹੋਏ। ਜਦੋਂ ਬੱਚਾ ਗਰਭ ਵਿੱਚ ਹੁੰਦਾ ਹੈ, ਫਿਰ ਜੋ ਪਿਤਾ ਮਾਂ ਦੋਵੇਂ ਧਿਆਨ ਰੱਖਦੇ ਨੇ, ਪਿਤਾ ਵੰਨ-ਸੁਵੰਨੀਆਂ ਚੀਜ਼ਾਂ ਲਾ ਕੇ ਆਪਣੀ ਪਤਨੀ ਨੂੰ ਦਿੰਦਾ ਹੈ ਵੀ ਮੇਰਾ ਜਿਹੜਾ ਬੱਚਾ ਉਹ ਤੰਦਰੁਸਤ ਹੋਵੇ, ਹੈਲਥੀ ਹੋਵੇ। ਕਈ ਵਾਰੀ ਆਪਣੇ ਔਕਾਤ ਤੋਂ ਵੱਧ ਯਤਨ ਕਰਦਾ ਹੈ ਕਿ ਇਸ ਵੇਲੇ ਖਾਧਾ ਹੋਇਆ ਭੋਜਨ ਮੇਰੇ ਬੱਚੇ ਨੂੰ ਪ੍ਰਾਪਤ ਹੋਏਗਾ। ਜੇ ਮਾਂ ਖਾਏਗੀ ਨਾ ਚੰਗੇ ਭੋਜਨ, ਤੇ ਮੇਰੇ ਪੁੱਤਰ ਨੂੰ ਜਾਂ ਮੇਰੀ ਧੀ ਜੋ ਪਲ ਲਈ ਹੈ ਉਸ ਨੂੰ ਖੁਰਾਕ ਦੇ ਰੂਪ ਵਿੱਚ ਮਿਲੇਗਾ, ਉਹਦੀ ਕਾਇਆ ਜਿਹੜੀ ਹੈ ਨਾ ਉਹ ਹੈਲਥੀ ਹੋਏਗੀ। ਫਿਰ ਜਨਮ ਲੈਣ ਤੋਂ ਬਾਅਦ ਕਿਤਨੇ ਯਤਨ ਕੀਤੇ ਜਾਂਦੇ ਹਨ। ਆਓ ਕਿ ਮੌਤ ਆਉਂਦੇ ਸਾਰ ਤੇ ਇਸ ਨੂੰ ਅੱਗ ਦੇ ਨਾਲ ਸਾੜ ਦੇਈਦਾ। ਇਸ ਕਾਇਆ ਨੂੰ ਇਤਨੀ ਕੀਮਤ ਲਾ ਕੇ, ਇਤਨੇ ਯਤਨ ਕਰਕੇ ਕਾਇਆ ਨੂੰ ਪਾਲਿਆ, ਪਰ ਕੋਈ ਘਰ ਦੇ ਵਿੱਚ ਨਹੀਂ ਰੱਖਦਾ, ਇਹਨੂੰ ਕੋਈ ਸੰਭਾਲਦਾ ਨਹੀਂ ਹੈ। ਉਸ ਵੇਲੇ ਕੋਈ ਤਰਕ ਨਹੀਂ ਕਰਦਾ ਵੀ ਮੈਂ ਬੜੀ ਮਾਇਆ ਲਾਈ ਸੀ ਇਹਨੂੰ ਪਾਲਣ ਤੇ ਹੁਣ ਮੈਂ ਨਹੀਂ ਸਾੜਨ ਦੇਣਾ, ਮੈਂ ਨਹੀਂ ਸੰਸਕਾਰ ਕਰਨ ਦੇਣਾ, ਮੈਂ ਨਹੀਂ ਦਫਨ ਕਰਨ ਦੇਣਾ। ਕਿਉਂ? ਕਿਉਂਕਿ ਮੌਤ ਆਉਂਦੇ ਸਾਰ ਹੁਣ ਉਹ ਕਾਇਆ ਮਿੱਟੀ ਬਣ ਗਈ ਹੈ। ਫਿਰ ਉਸ ਨੂੰ ਕਹਿੰਦੇ ਸਾੜ ਦੇਈਦਾ। ਮਰਤੀ ਵਾਰ ਅਗਨ ਸੰਗ ਜਾਲੀ। ਫਿਰ ਕਹਿਣ ਲੱਗੇ ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਜਿਸ ਸਰੀਰ ਦੇ ਅੰਗਾਂ ਨੂੰ ਅਤਰ ਚੰਦਨ ਮਲੀਦਾ, ਲੋਕ ਜਦੋਂ ਮਰ ਜਾਂਦੇ ਨਾ, ਤੁਸੀਂ ਵੇਖੋ ਕੋਈ ਦਹੀਂ ਨਾਲ ਇਸ਼ਨਾਨ ਕਰਾ ਰਿਹਾ ਹੈ, ਕੋਈ ਅਤਰ ਛਿੜਕ ਰਿਹਾ ਹੈ, ਬੜਾ ਕੁਝ ਲੋਕ ਕਰਦੇ ਨੇ, ਚੰਦਨ ਲਗਾਉਂਦੇ ਨੇ, ਚੰਦਨ ਸਾੜਨ ਵਾਸਤੇ ਵੀ ਲੈ ਕੇ ਜਾਂਦੇ ਨੇ। ਪਰ ਕਬੀਰ ਸਾਹਿਬ ਕਹਿੰਦੇ ਇੱਕ ਗੱਲ ਤਾਂ ਦੇਖੋ ਨਾ, ਕਿ ਜਿਸ ਸਰੀਰ ਦੇ ਅੰਗਾਂ ਨੂੰ ਅਤਰ ਚੰਦਨ ਮਲੀਦਾ ਹੈ, ਕਹਿੰਦੇ ਸੋ ਤਨ ਜਲੈ ਕਾਠ ਕੈ ਸੰਗਾ, ਉਹ ਸਰੀਰ ਆਖਰ ਨੂੰ ਲੱਕੜਾਂ ਨਾਲ ਹੀ ਸੜ ਜਾਂਦਾ ਹੈ।
ਜਿਹਨੂੰ ਜ਼ਿੰਦਗੀ ਵਿੱਚ ਸਵਾਰਿਆ, ਜ਼ਿੰਦਗੀ ਵਿੱਚ ਬੇਅੰਤ ਪ੍ਰਕਾਰ ਦੇ ਅਤਰ ਪਰਫਿਊਮ, ਦੁਨੀਆ ਦੇ ਹਰ ਇੱਕ ਚੀਜ਼ ਦੇ ਨਾਲ, ਹਾਰ ਸ਼ਿੰਗਾਰਾਂ ਨਾਲ ਸਵਾਰਿਆ ਸ਼ਿੰਗਾਰਿਆ, ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਬੰਦੇ ਨੇ। ਪਰ ਲਾਸਟ ਕੀ ਹੁੰਦਾ? ਕਹਿੰਦੇ ਅੱਗ ਦੇ ਨਾਲ ਸਾੜ ਦੇਈਦਾ, ਲੱਕੜਾਂ ਨਾਲ ਇਹ ਸੜ ਜਾਂਦਾ ਹੈ। ਜਿਸ ਨੂੰ ਇਤਨੀਆਂ ਸੁਗੰਧੀਆਂ ਲਾਈਆਂ ਸਨ, ਸਰੀਰ ਨੂੰ ਸਵਾਰਿਆ ਸੀ, ਸ਼ਿੰਗਾਰਿਆ ਸੀ, ਸਭ ਕੁਝ ਕੀਤਾ ਸੀ, ਪੂਰੀ ਜ਼ਿੰਦਗੀ ਬੰਦਾ ਆਪਣੇ ਤਨ ਨੂੰ ਕੋਈ ਨਾ ਕੋਈ ਪਰਫਿਊਮ, ਅਤਰ ਜਾਂ ਕੋਈ ਹੋਰ ਸੁਗੰਧੀ ਦੇ ਨਾਲ ਆਪਣੇ ਤਨ ਨੂੰ ਸਵਾਰ ਸ਼ਿੰਗਾਰ ਕੇ ਰੱਖਦਾ। ਲੋਕਾਂ ਵਿੱਚ ਜਾਵਾਂਗਾ ਬਦਬੂ ਨਾ ਆਵੇ, ਮੇਰੇ ਤਨ ਵਿੱਚੋਂ ਖੁਸ਼ਬੂ ਆਉਣੀ ਚਾਹੀਦੀ ਹੈ। ਤੇ ਹੁਣ ਲੱਕੜਾਂ ਨਾਲ ਸਾੜਨ ਦਾ ਕਾਰਨ ਵੀ ਇਹੀ ਹੈ ਕਿ ਜੇ ਨਾ ਸਾੜਿਆ ਤੇ ਬਦਬੂ ਆਵੇਗੀ। ਅੰਤ ਕਹਿਣ ਲਈ ਕਵਿਤ ਸਾਹਿਬ ਕਹਿੰਦੇ ਲੱਕੜਾਂ ਦੇ ਨਾਲ ਸਾੜ ਦੇਈਦਾ, ਲੱਕੜਾਂ ਤੇ ਰੱਖ ਕੇ। ਫਿਰ ਕਹਿਣ ਲੱਗੇ, ਕਹਿੰਦੇ ਕਹੋ ਕਬੀਰ ਸੁਨੋ ਰੇ ਗੁਨੀਆਂ, ਹੇ ਕਬੀਰ ਆਖ ਹੇ ਵਿਚਾਰਵਾਨ ਮਨੁੱਖੋ ਸੁਣੋ। ਗੁਨੀਆਂ ਦਾ ਅਰਥ ਗੁਣੀ ਲੋਕ, ਵਿਚਾਰਵਾਨ ਲੋਕ, ਸਮਝਦਾਰ ਲੋਕ, ਗੁਣਵਾਨ ਲੋਕ। हे गुणी जन लोको सुनो, कहो कबीर सुनो रे गुनिया, हे कबीर आख हे गुणीवान लोको, हे ज्ञानवान लोको सुनो। कहते गल चेते रखियो, विंसै का रूप विंसै गो रूप देखे सब दुनिया। चेते रखो सारी दुनिया वेखेगी, पाओ सब दे वेखद्या वेखद्या ये रूप नाश होएगा। जिस रूप का बंदा एडा गुमान करता है, जिस तन का एडा हंकार करता है, जिस करके परमात्मा का नाम नहीं जपदा, चंगे काम नहीं करता, अपने शरीर के हंकार दे विच गुमान दे विच ही जिंदगी बतीत करता है। कबीर साहब इत्थे समझाना चाहते ने कि तेरा ये रूप एक दिन विंस जाएगा, सारी दुनिया वेखेगी। सारे लोग आखणगे बड़ा गुमान सी अपने रूप का, रंग का, सुहपण का, इस तन का, पर यह तन इस दे नाल रूप रंग सुहपण सब कुछ नाश हो जाना, कोई चीज़ भी तेरे साथ नहीं रहेगी। तो इस करके कह रहे लाज न मरो, तू शर्म नाल नहीं मर जाता। कहो कर मेरा कही जाना, ये शरीर मेरा है, मेरी मर्जी, मैं जो मर्जी करा। बंदा यही कह रहा ना जी मेरी मर्जी जी, मैं जो मर्जी करा। कबीर साहब उस बंदे नूं कह रहे ने तू शर्म नाल क्यों नहीं मर जाता, आओ कि शर्म नाल क्यों नहीं डुब मरदा, तू क्यों नहीं झुकदा गुरु के चरणों विच। कही जाना ये घर मेरा, तैनूं पता अंत की बार नहीं कछ तेरा, अंत वेले ये तेरा नहीं रहेगा। भाव ये है कहना कि कोई चीज़ मनुख दे नाल नहीं जा सकती। होर तां होर ये शरीर जो तन उपजियो संग ही, सो भी संग ना हुआ। जिहड़ा नाल लैके आया ना वो भी नाल जाण वेले नहीं जाना, वो भी संग नहीं होना तेरे। इस करके ये शरीर भी नाश हो जाएगा, तां ते धन पदार्थां नूं अपना आख आख के भी ये धन मेरा, ये घर मेरा, ये कारोबार मेरा, परिवार मेरा, ये पदार्थ मेरे। कबीर साहब कहते ये मेरा मेरा आके धन पदार्थां नूं अपना मोह क्यों बदांदा पिया, तू मोह विच क्यों फस रहे हैं, मोहिता क्यों पैदा कर रहे हैं। क्योंकि जितने असी जितना ज़्यादा मेरा मेरा आखांगे, याद रखना मोहिता पैदा होएगा, असी मोह विच फसांगे। वैसे भी इस माया का अपना प्रभाव है, माया ममता मोहनी, जिन बिन दंता जग खाया। मनमुख खादे गुरमुख उबरे, जिन्हें सच नाम चित लाया। मेरा मेरा आखांगे, मोह पैदा होएगा, तेरा तेरा कहना शुरू कर दिता, फिर तेरे दे नाल प्रेम पैदा हो जाएगा। सच्चे पातशाह सब कुछ तेरा है, मेरा अपना कुछ भी नहीं। जिस दिन ये विचार मन दे विच घर कर गई कि मेरा अपना कुछ नहीं, सब कुछ तेरा ही दिता होया है, ते उस दिन सच जानना असी संसार दे विच आके इस शरीर का गुमान,
ਰੂਪ ਰੰਗ ਦਾ ਗੁਮਾਨ, ਤਨ ਪਦਾਰਥਾਂ ਦਾ ਗੁਮਾਨ ਨਹੀਂ ਕਰਾਂਗੇ। ਜਿਸ ਨਾਲ ਸਾਨੂੰ ਇਸ ਲਈ ਸਮਝ ਆ ਗਈ ਕੋਈ ਵੀ ਚੀਜ਼ ਆਪਣੀ ਨਹੀਂ, ਕਿਉਂਕਿ ਇਹ ਤੇ ਸੋਮੈ ਧਨ ਰਾਖਣ ਕੋ ਦੀਆ ਮੁਗਧ ਕਹਿ ਧਨ ਮੇਰਾ। ਇਹ ਸਭ ਕੁਝ ਪਰਮਾਤਮਾ ਨੇ ਸਾਨੂੰ ਵਰਤਣ ਵਾਸਤੇ ਦਿੱਤਾ ਹੈ। ਤੇ ਮੂਰਖ ਬੰਦਾ ਕਹਿੰਦਾ, ਸੋਮ ਬੰਦਾ ਕਹਿੰਦਾ ਮੇਰਾ। ਇਹ ਸਾਡਾ ਹੈ ਨਹੀਂ ਕੁਝ ਵੀ, ਇਹਦੇ ਸਭ ਵਰਤਣ ਵਾਸਤੇ ਪਰਮਾਤਮਾ ਨੇ ਕਿਰਪਾ ਕੀਤੀ। ਇੱਥੇ ਸੰਸਾਰ ਵਿੱਚ ਜਿਤਨੇ ਕਾਰ ਵਿਹਾਰ ਜੋ ਵੀ ਕੁਝ ਕਰ ਰਹੇ ਨਾ, ਇਹ ਸਾਰੀਆਂ ਚੀਜ਼ਾਂ ਵਰਤਣ ਵਾਸਤੇ ਨੇ। ਇਹ ਕਹਿੰਦਾ ਇਹ ਮੇਰਾ ਹੈ, ਔਰ ਮੇਰਾ ਮੇਰਾ ਕਰਕੇ ਹੰਕਾਰ ਕਰਦਾ ਹੈ। ਬੰਦੇ ਨੂੰ ਬੰਦਾ ਕੁਛ ਨਹੀਂ ਸਮਝਦਾ। ਮੇਰੇ ਕੋਲ ਇਤਨਾ ਧਨ, ਇਤਨੇ ਪਦਾਰਥ, ਮੇਰੀਆਂ ਇਤਨੀਆਂ ਬਾਹਾਂ ਮਜ਼ਬੂਤ ਨੇ, ਤੂੰ ਮੈਨੂੰ ਜਾਣਦਾ ਨਹੀਂ। ਇਹਨਾਂ ਗੱਲਾਂ ਦੇ ਵਿੱਚ ਮਨੁੱਖ ਆਪਣੀ ਜ਼ਿੰਦਗੀ ਨੂੰ ਖੁਆਰ ਕਰ ਰਿਹਾ ਹੈ। ਮੇਰੇ ਦੇ ਚੱਕਰ ਦੇ ਵਿੱਚ, ਮੋਹ ਦੇ ਵਿੱਚ ਫਸਦਾ ਜਾ ਰਿਹਾ ਹੈ। ਕਬੀਰ ਸਾਹਿਬ ਸ਼ਬਦ ਦੇ ਰਾਹੀਂ ਧਨ ਪਦਾਰਥਾਂ ਦਾ ਮੋਹ ਔਰ ਇਸ ਤਨ ਦਾ ਜੋ ਅਹੰਕਾਰ ਤੇ ਗੁਮਾਨ ਹੈ, ਇਸ ਤੋਂ ਸਾਨੂੰ ਉਬਾਰ ਕੇ ਸਮਝਾਉਣਾ ਚਾਹੁੰਦੇ ਹਨ। ਇਸ ਗੱਲ ਨੂੰ ਪੱਕੀ ਕਰ ਲੈ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੋਭਤੇ ਕਿਆ ਲਾਗੈ ਮੇਰਾ। ਗੁਰੂ ਕਿਰਪਾ ਕਰੇ ਇਹ ਗੱਲ ਕਿਤੇ ਸਾਡੇ ਸਮਝ ਵਿੱਚ ਆ ਜਾਏ, ਸਾਡੀ ਪਕੜ ਵਿੱਚ ਆ ਜਾਏ, ਫਿਰ ਸਾਡਾ ਜੀਵਨ ਸਫਲ ਹੋ ਜਾਏਗਾ। ਫਿਰ ਕਹਿ ਸਕਾਂਗੇ ਕਿ ਇਹ ਲੋਕ ਸੁਖੀ ਹੈ, ਪਰ ਲੋਕ ਸਵੇਲੇ ਨਾਨਕ ਹਰਿ ਭਉ ਆਪੇ ਮਿਲੇ। ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਪ੍ਰੇਮ ਸਹਿਤ ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਕੋ ਓੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।